श्लोक सतपुरख जिन जानिया, सतपुरख जिन जानिया, सतगुर पुरख जिन सतगुर तिसका नाम, सतगुर तिसका नाम, सतपुरख सतपुरख जिन जानिया, सतपुरख जिन जानिया, सतगुर तिसका नाम, सतगुर तिसका नाम, सतपुरख जिन सतपुरख जिन सतगुर तिसका नाम, सतगुर तिसका नाम, सतपुरख जिन जान, सतपुरख जिन तिसकै संग सिख उधरै, तिसकै संग सिख तिसकै संग सिख तिसकै संग, तिसकै संग, तिसकै संग सिख नानक हर गुण गाओ। प्यारी साध संगत जी, असी सब सुखमनी साहब बहुत पढ़ते हैं। उसका सानू ये फायदा होया है कि ज़्यादातर लोगों को सुखमनी साहब ज़बानी याद है। ते जितनी
ਪ੍ਰਚਲਿਤ ਬਾਣੀਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਜਿਤਨੀ ਜ਼ਿਆਦਾ ਵਿਚਾਰ ਸਾਂਝ ਕੀਤੀ ਜਾਏ ਸੰਗਤਾਂ ਨੂੰ ਜਲਦੀ ਸਮਝ ਆ ਸਕਦੀ ਹੈ, ਕਿਉਂਕਿ ਸੰਗਤਾਂ ਰੋਜ਼ਮर्रा ਦੇ ਜੀਵਨ ਵਿੱਚ ਪੜ੍ਹਦੀਆਂ ਨੇ। ਲੇਕਿਨ ਇਹ ਭੁਲੇਖਾ ਜ਼ਰੂਰ ਲੋਕਾਂ ਨੂੰ ਹੋ ਜਾਂਦਾ ਹੈ ਕਿ ਜੋ ਅਸੀਂ ਜੋ ਪ੍ਰਚਲਿਤ ਬਾਣੀਆਂ ਪੜ੍ਹਦੇ ਹਾਂ ਸ਼ਾਇਦ ਉਹਨਾਂ ਵਿੱਚ ਮਹਾਤਮ ਜ਼ਿਆਦਾ ਹੈ। ਇਹ ਭੁਲੇਖਾ ਸਾਨੂੰ ਪੈ ਜਾਂਦਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੀ ਬਾਣੀ ਹੈ ਸਾਰੀ ਦੀ ਸਾਰੀ ਬਾਣੀ ਸਾਰੀ ਮਨੁੱਖਤਾ ਦੇ ਭਲੇ ਵਾਸਤੇ, ਸਾਰੇ ਦੁਨੀਆ ਦੇ ਲੋਕਾਂ ਨੂੰ ਐਲੀਵੇਟ ਕਰਨ ਵਾਸਤੇ, ਉਹਨਾਂ ਦਾ ਜੀਵਨ ਮਿਆਰ ਉੱਚਾ ਕਰਨ ਵਾਸਤੇ ਇੱਕ ਇੱਕ ਬਾਣੀ ਦਾ ਸ਼ਬਦ, ਇੱਕ ਇੱਕ ਅੱਖਰ, ਇੱਕ ਇੱਕ ਵਰਸ, ਇੱਕ ਇੱਕ ਪੰਕਤੀ ਬਹੁਤ ਕੀਮਤੀ ਹੈ, ਵੱਡਮੁੱਲੀ ਹੈ, ਰਤਨ ਜਵਾਹਰ ਮਾਣਿਕ ਹੈ। ਮੱਤ ਵਿੱਚ ਰਤਨ ਜਵਾਹਰ ਵਰਗੀ ਮੱਤ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਮਨੁੱਖ ਦੀ ਵਿਵੇਕ ਬੁੱਧੀ ਬਣ ਜਾਂਦੀ ਹੈ, ਮਨੁੱਖ ਮਾਣਿਕ ਬਣ ਜਾਂਦਾ ਹੈ, ਜਿਹੜਾ ਸਰ ਅਪਸਰ ਕੀ ਸਾਰ ਨਾ ਜਾਣੈ ਭੂਲਾ ਫਿਰੇ ਅਜਾਈ ਵਾਂਗੂ ਭੁੱਲਾ ਫਿਰਦਾ ਰਹਿੰਦਾ ਸੀ। ਇਹਨੂੰ ਠੀਕ ਅਤੇ ਗਲਤ ਵਿੱਚ ਫਰਕ ਹੀ ਸਮਝ ਨਹੀਂ ਆਉਂਦਾ ਸੀ। ਉਸ ਨੂੰ ਸਰ ਅਪਸਰ ਕੀ ਸਾਰ ਸਮਝ ਆ ਜਾਂਦੀ ਹੈ। ਕੋਈ ਵੀ ਦੁਨੀਆ ਦਾ ਮਨੁੱਖ ਜੇ ਬਾਣੀ ਨੂੰ ਖੋਜ ਕੇ ਵਿਚਾਰ ਕੇ ਸਮਝਣ ਦਾ ਯਤਨ ਕਰੇ, ਸੁਖਮਨੀ ਸਾਹਿਬ ਦੀ ਬਣਤਰ ਇਸ ਦੇ ਸਿਰਲੇਖ ਤੇ ਲਿਖਿਆ ਹੋਇਆ ਗੌੜੀ ਸੁਖਮਨੀ ਮਹਿਲਾ ਪੰਜਵਾਂ। ਗੁਰੂ ਗ੍ਰੰਥ ਸਾਹਿਬ ਦੇ 287 ਪੰਨੇ ਤੇ ਅੱਜ ਦਾ ਸ਼ਲੋਕ ਅਤੇ ਪੌੜੀ ਦਾ ਇੱਕ ਪਦਾ ਜਿਹੜਾ ਅਸੀਂ ਗਾਇਨ ਕਰ ਰਹੇ ਹਾਂ, ਇਹ ਅੰਕਿਤ ਹੈ। ਟੂਕ ਮਾਤਰ ਬੇਨਤੀ, ਸੁਖਮਨੀ ਸਾਹਿਬ ਵਿੱਚ ਜਿਵੇਂ ਜਪਜੀ ਸਾਹਿਬ ਵਿੱਚ 38 ਪੌੜੀਆਂ ਨੇ, 2 ਸ਼ਲੋਕ ਹਨ, ਆਦਿ ਸਚ ਜੁਗਾਦ ਸਚ ਅਤੇ ਸ਼ਲੋਕ ਪੌਣ ਗੁਰੂ ਪਾਣੀ ਪਿਤਾ। ਇਸ ਤਰ੍ਹਾਂ ਆਸਾ ਕੀ ਵਾਰ ਵਿੱਚ ਸ਼ਲੋਕਾਂ ਦੇ ਨਾਲ 24 ਪੌੜੀਆਂ ਹਨ। ਇਸ ਤਰ੍ਹਾਂ ਸੋਹਿਲੇ ਦੀ ਬਾਣੀ ਵਿੱਚ 5 ਸ਼ਬਦ ਹਨ। ਇਸ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਸੁਖਮਨੀ ਸਾਹਿਬ ਦੀ ਬਣਤਰ ਦੇ ਵਿੱਚ 24 ਅਸ਼ਟਪਦੀਆਂ ਹਨ। 24 ਅਸ਼ਟਪਦੀਆਂ ਦੇ ਨਾਲ ਹਰ ਅਸ਼ਟਪਦੀ ਉੱਤੇ ਇੱਕ ਇੱਕ ਸ਼ਲੋਕ ਲੱਗਾ ਹੋਇਆ ਹੈ। ਇਹਦਾ ਮਤਲਬ 24 ਸ਼ਲੋਕ ਹਨ। ਇਹ ਸੁਖਮਨੀ ਸਾਹਿਬ ਦੀ ਬਣਤਰ। ਹਰ ਸ਼ਲੋਕ ਦੇ ਨਾਲ ਇੱਕ ਅਸ਼ਟਪਦੀ ਲਿਖੀ ਹੋਈ ਹੈ। ਅਸ਼ਟਪਦੀ ਦਾ ਮਤਲਬ ਹੁੰਦਾ ਹੈ 8 ਪਦੇ ਵਾਲੀ, ਇਹ ਵਾਲੀ ਬਾਣੀ ਅਸ਼ਟਪਦੀ। ਇਹਦੇ ਵਿੱਚ 8 ਪਦੇ ਹੋਣਗੇ। ਪੜਨ ਵਾਲਾ ਜਿਗਿਆਸੂ, ਰਿਸਰਚ ਕਰਨ ਵਾਲਾ, ਖੋਜ ਕਰਨ ਵਾਲਾ, ਸੱਚ ਦਾ ਰਾਹ ਲੱਭਣ ਵਾਲਾ ਮਨੁੱਖ ਨੂੰ ਪਹਿਲੇ ਮੀਲ ਪੱਥਰ ਲੱਭਦੇ ਨੇ ਕਿ ਮੈਂ ਜਿਹੜੀ ਬਾਣੀ ਪੜਨ ਲੱਗਾ ਇਹਦੇ ਵਿੱਚ 8 ਪਦੇ ਹਨ। ਉਹ 8 ਪਦੇ ਦਿਖਾਉਣ ਵਾਸਤੇ ਉਹਦੇ ਵਿਚਕਾਰ ਇੱਕ ਪਦੇ ਅੰਦਰ 5 ਲਾਈਨਾਂ, ਦੂਜੇ ਪਦੇ ਅੰਦਰ 5 ਲਾਈਨਾਂ ਕਰ ਕਰਕੇ 8 ਜਿੱਥੇ ਖਤਮ ਹੁੰਦੇ ਨੇ ਉੱਥੇ ਟੋਟਲ 8 ਲਿਖਿਆ ਹੋਇਆ ਹਰ ਪਦੇ ਤੋਂ ਬਾਅਦ। 5-5 ਲਾਈਨਾਂ ਦਾ ਇੱਕ ਪਦਾ ਹੈ। ਸੁਖਮਨੀ ਸਾਹਿਬ ਨੂੰ ਪੜ੍ਹਨ ਵੇਲੇ ਇੱਕ ਗੱਲ ਸਮਝ ਆਈ ਕਿ ਹਰ ਅਸ਼ਟਪਦੀ ਦੇ ਉੱਪਰ ਇੱਕ ਸ਼ਲੋਕ ਲੱਗਾ ਹੈ ਤੇ ਉਹ ਸ਼ਲੋਕ
सारी उस अष्टपदी दे बारे सार है। जेकर उस अष्टपदी नूं समझना होवे तां ओदा श्लोक पहला समझना बहुत जरूरी है। आई शुड से मैंडेटोरी है, मस्ट है। श्लोक नूं समझांगे तां पता लगेगा सारी इस अष्टपदी अंदर किस सब्जैक्ट बारे गल होएगी। अते 7 पदियां विच गल करके 8वें पदे विच उसका फाइनल सुनिया दिता हुंदा है। अज दी इस अष्टपदी दे विचकार असी देखते हैं सब तो उपर श्लोक लगा होया है, सतपुरख जिन जानिया सतगुर तिसका नाऊं, तिसकै संग सिख उधरै नानक हर गुण गाऊं। ते असी अज दी विचार जिहदे ते रख रहे हैं उस केवल दूजा पदा डिस्कस कर रहे हैं। नाल जे समा होया तो पहला पदा भी डिस्कस कर लवांगे, नाल जे समा होया तो तीजे पदे का भी कुछ डिस्कस कर लवांगे, होर जे समा इजाजत देता होएगा तो 8वें पदे नूं भी थोड़ा जिहा विचार लवांगे। पर समय की बड़ी रेस्ट्रिक्शन बहुत है। ये गल वखरी है, मैनू खिमा करना कि असी धारी हुई है कि असी बहुत वड्डे बिल गेट्स तो भी ज़्यादा सियाणे वड्डे बिजनेसमैन आ, साडे कोल समा नहीं है। सारी उम्र भावें बीत जाए असी इस तो ज़्यादा समा देना ही नहीं। सवेरे सानू इन्ना समा हुंदा है रागी साहिबान जी 24 छक्के गा के आस्था दी वार गांदे रहन, असी किसे वेले पूरे तैयार होके मत्था टेक के लंघदे हुए काम ते चले जाइए, बस इतना ही टाइम है। ते शामी जे समा होया आ जाइए, पर इतना ही टाइम है कि जे शामी किसी जगह ब्याह पार्टी शादी अटेंड करनी होवे तो असी 5-6 बजे तैयार होके उथों राती 12-1-2 बजे तक आण नूं तैयार हाँ। ते जे कोई ब्याह शादी पार्टी ना होवे और बच्चे जिद करन के पापा नई फिल्म आई है देखने जाना है, तां भी असी ऑफिस तो जल्दी आके फिल्म वक्त सिर जाके देख के बाहर रोटी खा के 6 तो 9 रोटी खा के 11-12 बजे आण नूं तैयार हाँ। पर इतना समा असी कदे भी नहीं कड्डना कि शामी कदे 4-5-6 घंटे का एक शब्द ही सानू सिखा दिओ, नहीं उहदे वास्ते सानू टाइम नहीं है। कोई गल नहीं, धक्के नाल जबरदस्ती पकड़ के किसी नूं नहीं समझाया जा सकता। जिस दी इच्छा, जिस दी बर्निंग डिजायर हो जाती है, वो कहता है हुण मैनू एक गल समझ आई, भई प्राप्त मानुख दियोरिया गोबिंद मिलन की तेरी बरिया, मेरा जीवन कीमती है, मनु दसो हुण मैं मैक्सीमम टाइम इहदे वास्ते लाण नूं तैयार हाँ। जिस दिन असी इस तरह तैयार हो जाएंगे ना, उस दिन साडा गुरुद्वारियां दे विच सिस्टम आपे बन जाएगा कि एक शब्द एक्सप्लेन करो, भावें 5-5 6-6 घंटे लाओ, असी बैठण नूं तैयार हाँ। सो मैं बाणी दी सुखमनी साहब दी बाणी दी बनतर दी गल कर रहा सी। सिरलेख है गौड़ी सुखमनी। साध संगत जदों असीं विचार करते हैं, खोज करते हैं, वो साडा फाइनल वर्शन नहीं हुंदा। वो सानू खोज करदियां करदियां कुछ नुकते सामने आंदे ने, गुरु ग्रंथ साहब चो उन्होंने देखते हैं तो हैरान होंदे हैं, तो वो वाले नुकते नूं संगतां नाल सांझ करते हैं। पहला अपने सारे दोस्तां मित्रां नाल जिहड़े बाणी खोजते ने, अपने सत्संगियां नाल विचारते हैं। जदों वो भी सारे ऑब्जैक्शन करन तो बाद, आपस विच विचार वटांदरा करन तो बाद, बड़ी पॉजिटिव सेंस विच क्रिटिक्स करन तो बाद जदों सहमत हो जाते हैं, तो असीं संगतां नाल सांझ करते हैं।
ये भी हो सकता है संगतां उहदे नाल सहमत ना होण, असी जबरदस्ती सहमत कराउण वास्ते नहीं आए हां, असीं ते सांझ कर रहे हां। सो हुण सांझ करन वेले सामने एक गल आई, वो है जिवें असी सवेरे शब्द पढ़िया बसंत हिंडोल, तब पता लगा मेन राग बसंत है, अते उस दी एक ब्रांच है बसंत हिंडोल। इंज असी अज हुण पढ़ रहे हैं सुखमनी साहब का सिरलेख। गुरु ग्रंथ साहब दे विच जदों गौड़ी राग शुरू होंदा है तब पता लग जाता है कि इत्थों गौड़ी महला पहला शुरू होया और गौड़ी राग शुरू होया। अगे चल के पढ़ते हैं, अगे लिखिया मिलता है गौड़ी चेती। साध संगत जी उस बाणी का ना चेती नहीं है, उस बाणी का ना बदले उथे असी आप कहने कि यह गौड़ी राग दी एक ब्रांच है गौड़ी चेती। फिर अगे पढ़ते हैं, अगे लिखिया मिलता है गौड़ी बैरागण। एक रागनी है जिहड़ी गौड़ी राग दी रागनी गौड़ी बैरागण है। फिर अगे पढ़ते हैं गौड़ी ग्वारेरी चेती। उहदे तो पता लगता है यह राग दी एक होर ब्रांच है। इंज पढ़ते पढ़ते अचानक देखिया ते मन हैरान रह गया, ये सुखमनी गौड़ी राग दी एक ब्रांच है। एक गौड़ी सुखमनी, जिस तरह गौड़ी चेती, गौड़ी बैरागण, गौड़ी ग्वारेरी, इस तरह गौड़ी सुखमनी गौड़ी राग दी एक ब्रांच है। पर साडी आदत है असी इत्थे आके ना दुनियावी पदार्थ मंगने ने, अपने मन की डिजायर्स नू असी उत्थे थोप दिंदे हां। इस करके असी कहने हां सरब आसां पूरन करन वाली आसा दी वार। जद कि ओ आसा की वार दे सिरलेख तो पता लगता है ये आसा राग की वार है। क्योंकि असी चाहते हैं कि सानू सुख मिले, साडे मन दियां मुरादां पूरियां होण, इस करके असी आपे प्रचलित कर लिया कि जे सुख प्राप्त करने होन ते एक खास एक बाणी है जिदा नाम सुखमनी है। राग दी खोज करन वाले काश मेहनत करन तब पता लगेगा कि गुरु अर्जन पातशाह ने राग दी दुनिया नू गौड़ी राग दी एक ब्रांच होर दिती, एक राग इजाद करके दिता जिदा नाम है गौड़ी सुखमनी। ये इसका सिरलेख है, गुरु अर्जन पातशाह वालों उचारी गई है। असी ये सांझ कर रहे सां कि अज दा साडा जिहड़ा दूजा पदा है, इस पदे दी जिस पंक्ति नूं असी गायकी वेले टेक रखी वो है मन बेचै सतगुर कै पास। तिस सेवक के कारज रास। सतगुर पास क्यों बेचना है जी? वाई? आम दुनिया के लोगों को सतगुर नाल कुछ लेना देना ही नहीं है। लोकी मन की मन मुखता के कारण किसी मनुख के कोल मन बेच देन, उन्होंने कहते हैं मन मुख होए बंदे दा बंदा।
ਉਹ ਕਿਸੇ ਸਰੀਰਕ ਗੁਰੂ ਨੂੰ, ਦੇਹਧਾਰੀ ਗੁਰੂ ਨੂੰ ਆਪਣਾ ਗੁਰੂ ਬਣਾਉਂਦੇ ਨੇ, ਉਹਨੂੰ ਆਪਣਾ ਮੰਨਦੇ ਆਉਂਦੇ ਹਨ। ਸਤਿਗੁਰ ਦੀ ਤੇ ਗੱਲ ਹੀ ਨਹੀਂ ਕਰਦੇ। ਇੱਥੇ ਕਹਿ ਰਹੇ ਮਨ ਵੇਚਿਆ ਸਤਿਗੁਰ ਕੇ ਪਾਸ। ਹੁਣ ਸਵਾਲ ਉੱਠਦਾ ਹੈ ਵੀ ਸਤਿਗੁਰ ਕੋਲ ਕਿਉਂ ਵੇਚਣਾ ਹੈ? ਸਾਧ ਸੰਗਤ, ਮੈਂ ਬਹੁਤ ਲੇਮੈਨ ਲੈਂਗੁਏਜ ਵਿੱਚ, ਕਾਮਨ ਮੈਨ ਦੀ ਲੈਂਗੁਏਜ ਵਿੱਚ ਸਾਂਝ ਕਰ ਰਿਹਾ, ਕਿਉਂਕਿ ਪੂਰੀ ਕੌਮ ਨੂੰ ਅਤੇ ਦੁਨੀਆ ਦੇ ਸਾਰੇ ਵੱਡੇ ਮਾਪਿਆਂ ਨੂੰ ਇਹ ਫਿਕਰ ਹੈ, ਇਹ ਚਿੰਤਾ ਹੈ ਸਾਡੀ ਨੌਜਵਾਨ ਪਨੀਰੀ ਦਾ ਕੀ ਬਣੇਗਾ। ਇਸ ਕਰਕੇ ਨੌਜਵਾਨ ਪਨੀਰੀ ਨੂੰ ਇਹ ਗੱਲ ਸਮਝ ਆ ਸਕੇ ਤਾਂ ਕਰਕੇ ਲੇਮੈਨ ਦੀ ਲੈਂਗੁਏਜ ਵਿੱਚ ਗੱਲ ਕਰਦੇ ਹਾਂ। ਸਤਿਗੁਰ ਦੀ ਗੱਲ ਚੱਲ ਰਹੀ ਹੈ ਕਿ ਵੀ ਸਤਿਗੁਰ ਅੱਗੇ ਵੇਚੇਗਾ ਤੇਰਾ ਕਾਰਜ ਰਾਸ ਹੋਏਗਾ, ਤੇ ਸੇਵਕ ਕੇ ਕਾਰਜ ਰਾਸ। ਜੋ ਸਤਿਗੁਰ ਨੂੰ ਵੇਚੇਗਾ ਉਹਦਾ ਕਾਰਜ ਰਾਸ ਹੋਏਗਾ। ਕਾਰਜ ਕਿਹੜਾ? ਜਿਹਨੇ ਮਕਾਨ ਬਣਾਉਣਾ ਉਹਦਾ ਕਾਰਜ ਹੈ ਸੀਮੈਂਟ ਚਾਹੀਦਾ ਹੈ। ਉਹ ਸਤਿਗੁਰ ਅੱਗੇ ਵੇਚ ਕੇ ਆਏ, ਸੀਮੈਂਟ ਕਿੱਥੋਂ ਮਿਲੇਗਾ? ਉਹਨੂੰ ਤੇ ਕੋਈ ਸੀਮੈਂਟ ਸਪਲਾਇਰ ਚਾਹੀਦਾ, ਕੋਈ ਸੀਮੈਂਟ ਦਾ ਡਿਪੋ ਚਾਹੀਦਾ। ਜਿਹਨੂੰ ਰਾਸ਼ਨ ਚਾਹੀਦਾ ਉਹਨੂੰ ਰਾਸ਼ਨ ਦਾ ਡਿਪੋ ਚਾਹੀਦਾ, ਜਿਹਨੂੰ ਪੈਟਰੋਲ ਚਾਹੀਦਾ ਉਹਨੂੰ ਪੈਟਰੋਲ ਪੰਪ ਵਾਲਾ ਚਾਹੀਦਾ, ਜਿਹਨੂੰ ਚੀਨੀ ਚਾਹੀਦੀ ਉਹਨੂੰ ਚੀਨੀ ਦਾ ਮਾਲਕ ਚਾਹੀਦਾ, ਜਿਹਨੂੰ ਪੈਸੇ ਚਾਹੀਦੇ ਉਹ ਕਿਸੇ ਕੋਈ ਸ਼ਾਹ ਚਾਹੀਦਾ। ਉੱਥੇ ਜਾ ਕੇ ਉਹਦਾ ਕਾਰਜ ਰਾਸ ਹੋਏਗਾ ਨਾ। ਇਹਦਾ ਮਤਲਬ ਜੋ ਕਾਰਜ ਕਰਵਾਣਾ ਹੈ ਉਸ ਕਾਰਜ ਵਾਸਤੇ ਉਸ ਕਾਰਜ ਦੇ ਚੌਧਰੀ ਕੋਲ, ਉਸ ਕਾਰਜ ਦੇ ਸ਼ਾਹ ਕੋਲ, ਉਸ ਕਾਰਜ ਦੇ ਮਾਲਕ ਕੋਲ, ਉਸ ਕਾਰਜ ਦੇ ਨੋਨ ਪਰਸਨ ਕੋਲ, ਉਸ ਕਾਰਜ ਦੇ ਚੈਂਪੀਅਨ ਕੋਲ ਜਾਓ। ਕਾਰਜ ਰਾਸ ਹੋ ਜਾਏਗਾ। ਹੁਣ ਸਵਾਲ ਉੱਠਿਆ ਨਾ ਸਾਧ ਸੰਗਤ, ਜੇ ਇਸ ਤਰ੍ਹਾਂ ਵਿਚਾਰ ਕੇ ਉੱਠਿਆ ਨਹੀਂ ਨਾ ਤਾਂ ਮੈਂ ਤੁਹਾਡੇ ਸਾਹਮਣੇ ਯਤਨ ਕਰ ਰਿਹਾ ਕਿ ਇਨ ਸਵਾਲ ਉੱਠਿਆ। ਜਦੋਂ ਉੱਠਿਆ ਤੇ ਸ਼ਲੋਕ ਪੜ੍ਹਨਾ ਪਿਆ। ਕਹਿੰਦੇ ਨੇ ਸ਼ਲੋਕ ਵਿੱਚ, ਸਤਿਪੁਰਖ ਜਿਨ ਜਾਣਿਆ